ਲੰਬੇ ਸਮੇਂ ਤੋਂ ਸਿੱਖ ਪੰਥ ਦੇ ਵਿੱਚ ਇਕਸੁਰਤਾ ਦੀ ਏਕਤਾ ਦੀ ਗੱਲ ਕੀਤੀ ਜਾਂਦੀ ਰਹੀ ਹੈ, ਲੇਕਿਨ ਹੁਣ ਤੱਕ ਏਕਤਾ ਜੇਕਰ ਕਹੀਏ ਤਾਂ ਵਾਕਈ 'ਚ ਨਹੀਂ ਹੋ ਪਾਈ ਹੈ। ਕਈ ਸੰਸਥਾਵਾਂ, ਕਈ ਜਥੇਬੰਦੀਆਂ ਨੇ ਇਹ ਕੋਸ਼ਿਸ਼ ਕੀਤੀ, ਪਰ ਨਿੱਜੀ ਹਿੱਤਾਂ ਕਰਕੇ, ਕੁਝ ਰਾਜਨੀਤਿਕ ਹਿੱਤਾਂ ਕਰਕੇ ਇਹ ਏਕਤਾ ਨਹੀਂ ਹੋ ਸਕੀ। ਅੱਜ ਫਿਰ ਏਕਤਾ ਦਾ, ਇਕਸੁਰਤਾ ਦਾ ਹੋਕਾ ਦੇਣ ਲਈ ਕੁਝ ਸਿੱਖ ਜਥੇਬੰਦੀਆਂ ਦੇ ਆਗੂ ਫਿਰ ਇਕੱਠੇ ਹੋਣ ਨੂੰ ਆਏ ਹਨ ਅਤੇ ਉਹਨਾਂ ਦਾ ਕਹਿਣਾ ਹੈ ਕਿ ਉਹ ਸਟੇਜ ਤੇ ਖੜੇ ਹੋ ਕੇ ਸਿੱਖ ਆਸ਼ੇ ਦੇ ਅਨੁਸਾਰ, ਗੁਰੂ ਆਸ਼ੇ ਦੇ ਅਨੁਸਾਰ ਇੱਕ ਹੋਕਾ ਦੇਣਗੇ ਤੇ ਗੁਰੂ ਦੇ ਪਿਆਰਿਆਂ ਨੂੰ ਆਵਾਜ਼ ਦੇਣਗੇ ਅਤੇ ਇੱਕ ਪਲੇਟਫਾਰਮ ਤੇ ਇਕੱਠੇ ਕਰਨਗੇ। ਉਹਨਾਂ ਦਾ ਕਹਿਣਾ ਹੈ ਕਿ ਕੋਈ ਵੀ ਪਾਰਟੀ ਉਹਨਾਂ ਦੀ ਨਹੀਂ ਹੈ ਤੇ ਨਾ ਹੀ ਉਹ ਕਿਸੇ ਪਾਰਟੀ ਨਾਲ ਸੰਬੰਧ ਰੱਖਦੇ ਹਨ। ਸਾਡੇ ਨਾਲ ਮੌਜੂਦ ਹਨ ਸਿੱਖ ਆਗੂ ਨਰੈਣ ਸਿੰਘ ਚੌਰਾ ਜੀ। ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਹਾਂ ਕੀ ਹੈ ਇਹ ਪਲੇਟਫਾਰਮ ਅਤੇ ਕਿਉਂ ਬਣਾਇਆ ਜਾ ਰਿਹਾ ਹੈ। ਹਾਂਜੀ, ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਚੌਰਾ ਸਾਹਿਬ, ਬੜੀ ਦੇਰ ਤੋਂ ਗੱਲਾਂ ਕੀਤੀਆਂ ਜਾਂਦੀਆਂ ਰਹੀਆਂ ਏਕਤਾ ਦੀਆਂ, ਇਕਸੁਰਤਾ ਦੀਆਂ। ਬੜਾ ਚਿਰ ਹੋ ਗਿਆ, ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਜੇ ਗੱਲ ਕਰੀਏ ਤਾਂ ਅੱਜ ਤੱਕ ਇਕਸੁਰਤਾ ਦੀ ਗੱਲ ਨਹੀਂ ਹੋ ਸਕੀ ਹੈ। 100 ਸਾਲ ਹੋ ਗਏ ਅਕਾਲੀ ਦਲ ਬਣੇ ਨੂੰ 1920 'ਚ, ਲੇਕਿਨ ਹੁਣ ਤੱਕ ਕਈ ਉਹਦੇ ਟੋਟੇ ਹੋ ਗਏ, ਕਈ ਪੱਧਰੀ ਤੇ ਉਹਦੇ ਜਿਹੜੇ ਬਲਾਕ ਬਣ ਗਏ, ਕਈ ਪ੍ਰਧਾਨ ਬਣ ਗਏ, ਲੇਕਿਨ ਇਕਸੁਰਤਾ ਨਹੀਂ ਹੋ ਸਕੀ। ਕਿਸ ਤਰ੍ਹਾਂ ਸਮਝਦੇ ਹੋ ਅੱਜ ਕਿਹੜੀ ਨਵੀਂ ਗੱਲ ਜਿਹੜੀ ਹੈ ਤੁਸੀਂ ਕਰਨ ਆਏ ਜੇ, ਤੇ ਅੱਗੇ ਕੀ ਜਿਹੜੀ ਹੈ ਵਿਉਂਤਬੰਦੀ ਕੀਤੀ ਜਾਵੇ? ਦੇਖੋ, ਜਿਹੜੀ ਇਕਸੁਰਤਾ ਨਹੀਂ ਰਹੀ ਤੇ ਫੁੱਟ ਪੈ ਗਈ, ਧੜੇਬੰਦੀਆਂ ਬਣ ਗਈਆਂ। ਜਿਸ ਮੰਤਵ ਤੇ ਆਸ਼ੇ ਨੂੰ ਲੈ ਕੇ ਅਕਾਲੀ ਦਲ ਕਾਇਮ ਕੀਤਾ ਗਿਆ ਸੀ, ਉਹ ਮੰਤਵ ਤੇ ਆਸ਼ਾ ਪੂਰਾ ਨਹੀਂ ਹੋਇਆ। ਉਹਦਾ ਕਾਰਨ ਕੀ ਹੈ ਕਿ ਗੁਰਮਤਿ ਜੁਗਤ ਖਾਲਸਾਈ ਸਿਧਾਂਤਾਂ ਤੇ ਪੰਥਕ ਰਵਾਇਤਾਂ ਤੋਂ ਟੁੱਟ ਜਾਣਾ ਤੇ ਸੱਤਾ ਦੀ ਲਾਲਸਾ ਦੇ ਵਿੱਚ ਪੈ ਜਾਣਾ ਤੇ ਗੈਰ ਸਿਧਾਂਤਕ ਸਮਝੌਤੇ ਕਰਨੇ ਤੇ ਆਪਣੀ ਸੱਤਾ ਤੋਂ ਬਿਨਾਂ ਹੋਰ ਉਹਨਾਂ ਦਾ ਕੋਈ ਏਮ ਨਹੀਂ ਹੁੰਦਾ। ਇਸ ਕਰਕੇ ਇਹ ਧੜੇਬੰਦੀਆਂ ਚਾਹੇ ਪਾਰਟੀਆਂ ਦੇ ਵਿੱਚ ਫੁੱਟ ਆ। ਸਾਡਾ ਇਹ ਯਤਨ ਹੋਏਗਾ ਕਿ ਗੁਰੂ ਉਪਦੇਸ਼ਾਂ ਅਨੁਸਾਰ ਜੋ ਕਦਮ ਪਿਛਲੇ ਅਰਸੇ ਵਿੱਚ ਖਾਲਸੇ ਨੇ ਵੱਡੀਆਂ ਮੱਲਾਂ ਮਾਰਨ ਵਾਸਤੇ ਚੁੱਕੇ ਸਨ, ਉਹਨਾਂ ਕਦਮਾਂ ਤੋਂ ਜਾਣੂ ਕਰਵਾਉਣਾ ਤੇ ਗੁਰਮਤਿ ਜੁਗਤ ਖਾਲਸਾਈ ਸਿਧਾਂਤਾਂ ਤੇ ਪੰਥਕ ਰਵਾਇਤਾਂ ਦੇ ਪਹਿਰੇਦਾਰ ਬਣਾਉਣ ਲਈ ਜਾਗਰੂਕ ਕਰਨਾ, ਉਹਦੇ ਵਾਸਤੇ ਅਸੀਂ ਸੱਦਾ ਦੇ ਰਹੇ ਹਾਂ। ਕਦੋਂ ਸੱਦਾ? ਪੰਥ ਜਥੇਬੰਦੀਆਂ ਨੂੰ। ਦੇਖੋ, ਜਿਹੜਾ ਪਹਿਲੀ ਵਿਚਾਰ ਗੋਸ਼ਟੀ ਆ, ਇਹ ਸਿਲਸਿਲਾ ਚਲਾਵਾਂਗੇ ਵਿਚਾਰ ਗੋਸ਼ਟੀਆਂ ਦਾ। ਪਹਿਲੀ ਵਿਚਾਰ ਗੋਸ਼ਟੀ ਜਿਹੜੀ ਆ ਉਹ ਬੰਦੀ ਛੋੜ ਦਿਵਸ ਦੇ ਮੌਕੇ ਦੇ ਉੱਤੇ 2-3 ਦਿਨ ਪਹਿਲਾਂ 21 ਤਰੀਕ ਨੂੰ ਜਿਹੜੀ ਆ 21 ਅਕਤੂਬਰ ਨੂੰ ਅੰਮ੍ਰਿਤਸਰ ਵਿਖੇ ਕੀਤੀ ਜਾਵੇਗੀ ਤੇ ਉਹਦੇ ਵਿੱਚ ਜਿਹੜੇ ਮਾਹਰ ਨੇ ਉਹ ਆਪਣੇ ਵਿਚਾਰ ਪ੍ਰਗਟ ਕਰਨਗੇ, ਪੇਪਰ ਪੜ੍ਹਨਗੇ ਤੇ ਸਾਰੀਆਂ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਜਿਹੜੀਆਂ ਪੰਥ ਨੂੰ ਸਮਰਪਿਤ ਨੇ, ਉਹਨਾਂ ਸਾਰੀਆਂ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਵੀ ਸੱਦਾ ਦਿੱਤਾ ਜਾਏਗਾ। ਵਾਹਿਗੁਰੂ ਕਿਰਪਾ ਕਰਨ, ਵੱਧ ਤੋਂ ਵੱਧ। ਇਹ ਜੱਥੇ ਦਾ ਕੀ ਨਾਮ ਰੱਖਿਆ ਗਿਆ? ਕਿਸ ਦੇ ਬੈਨਰ ਹੇਠ ਆਣਗੇ? ਕਿਹੜੇ ਜਿਹੜੇ ਲੀਡਰ ਹੈ ਜਿਹੜੇ ਇੱਥੋਂ ਹੋਕਾ ਦੇਣਗੇ? ਜੇ ਕੋਈ ਗੱਲ ਕਰੇ, ਜੇ ਆਪਾਂ ਸਿੱਖ ਪੰਥ ਦੀ ਗੱਲ ਕਰ ਲਈਏ, ਜੇ ਬਹੁ ਗਿਣਤੀ ਦੀ ਗੱਲ ਕਰ ਲਈਏ ਸਿੱਖੀ ਦੇ ਵਿੱਚ, ਉਹ ਕੀ ਸਮਝਣ ਵੀ ਕਿਹੜੇ ਵੱਲੋਂ ਹੋਕਾ ਆ ਰਿਹਾ? ਵੇਖੋ, ਇਹ ਤੇ ਸੰਘਰਸ਼ਸ਼ੀਲ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਪਿਛਲੇ ਅਰਸੇ ਦੇ ਦੌਰਾਨ ਪੰਥਕ ਸੰਘਰਸ਼ ਦੇ ਵਿੱਚ ਆਪਣਾ ਹਿੱਸਾ ਪਾਇਆ, ਸੇਵਾ ਕੀਤੀ ਤੇ ਉਹਨਾਂ ਨੇ ਆਪਣਾ ਫਰਜ਼ ਸਮਝਿਆ। ਸਿੱਖ ਜਗਤ ਨੇ ਉਹਨਾਂ ਨੂੰ ਆਵਾਜ਼ ਮਾਰੀ ਕਿ ਤੁਹਾਨੂੰ ਜਿਹੜਾ ਵਾ ਪੰਥਕ ਇਕਸੁਰਤਾ ਲਿਆਉਣ ਲਈ ਯਤਨ ਆਰੰਭਣੇ ਚਾਹੀਦੇ ਆ। ਉਹ ਯਤਨ ਆਰੰਭਿਆ। ਇਹ ਜਥੇ ਦਾ ਕੋਈ ਨਾਂ ਨਹੀਂ, ਇਹ ਕੋਈ ਪਾਰਟੀ ਨਹੀਂ, ਇਹ ਸਿਰਫ ਕੁਝ ਵਿਅਕਤੀ ਨੇ ਜਿਹੜੇ ਸੰਘਰਸ਼ੀਲ। ਜੇ ਵਿਅਕਤੀਆਂ ਦੀ ਗੱਲ ਕਰੀਏ, ਕਿਹੜੀਆਂ ਸ਼ਖਸੀਅਤਾਂ ਜਿਹੜੀਆਂ ਕਿ ਹਾਲੇ ਮੋਹਰੀਆਂ ਹੋਈਆਂ ਨੇ ਤੇ ਕਿੰਨੇ ਹਾਲੇ ਫਿਲਹਾਲ ਸ਼ੁਰੂਆਤ ਕੀਤੀ ਗਈ ਹੈ? ਵੇਖੋ, ਅਜੇ ਤੇ ਨਾਂ ਤੁਹਾਨੂੰ ਪਹਿਲਾਂ ਇੱਥੇ ਦੱਸ ਦਿੱਤੇ ਗਏ। ਅਜੇ 11 ਨੇ ਤੇ ਜਿਹਦੇ ਵਿੱਚ ਹੈਗਾ ਵਾ ਭਾਈ ਦਲਜੀਤ ਸਿੰਘ, ਭਾਈ ਲਾਲ ਸਿੰਘ ਜੀ, ਆ ਸਾਰੇ ਨਾਂ ਨੇ ਜੀ। ਭਾਈ ਰਜਿੰਦਰ ਸਿੰਘ ਮੁਗਲਵਾਲ, ਇਹ ਉਹ ਨੇ ਜਿਨ੍ਹਾਂ ਨੇ 34 ਸਾਲ ਯੂਕੇ ਦੇ ਵਿੱਚ ਜੇਲ੍ਹ ਕੱਟੀ ਆ ਪੰਥਕ ਕਾਰਜ ਕਰਦਿਆਂ ਹੋਇਆਂ।
ਉਹਨਾਂ ਨੂੰ ਸਜ਼ਾ ਹੋ ਗਈ ਉਮਰ ਕੈਦ ਦੀ। 34 ਸਾਲ ਬਾਅਦ ਉਹ ਰਿਹਾ ਹੋ ਕੇ ਇੱਥੇ ਪਿਛਲੇ ਥੋੜ੍ਹੇ ਜਿਹੇ ਚਿਰ ਤੋਂ ਪਹਿਲਾਂ ਉਹ ਆਇਆ। ਭਾਈ ਲਾਲ ਸਿੰਘ ਅਕਾਲਗੜ੍ਹ, ਇਹਨਾਂ ਵੀ 28 ਸਾਲ ਜੇਲ੍ਹ ਕੱਟੀ ਆ। ਭਾਈ ਦਲਜੀਤ ਸਿੰਘ ਨੇ ਇਹਨਾਂ ਸੰਘਰਸ਼ ਵਿੱਚ ਅਹਿਮ ਯੋਗਦਾਨ ਵੀ ਪਾਇਆ ਤੇ ਲੰਬੀ ਜੇਲ੍ਹ ਵੀ ਕੱਟੀ। ਭਾਈ ਸਤਨਾਮ ਸਿੰਘ ਖੰਡੇਵਾਲਾ ਤੇ ਭਾਈ ਸਤਨਾਮ ਸਿੰਘ ਝਾਂਜੀਆਂ, ਇਹਨਾਂ ਜਿਹੜਾ ਭਾਈ ਖੰਡੇਵਾਲਾ, ਇਹਨਾਂ ਦੇ ਪਰਿਵਾਰ ਦੇ 6 ਜੀ ਸ਼ਹੀਦ ਵੀ ਕੀਤੇ ਪੁਲਿਸ ਨੇ ਤੇ ਇਹਨਾਂ ਨੇ ਸੰਤਾਪ ਸਾਰਾ ਪਿੰਡੇ ਤੇ ਹੰਢਾਇਆ। ਪੰਜਾਂ ਪਿਆਰਿਆਂ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਉੱਤੇ ਇਹਨਾਂ ਨੂੰ ਸੇਵਾ ਮਿਲੀ। ਇਸੇ ਤਰ੍ਹਾਂ ਭਾਈ ਸਤਨਾਮ ਸਿੰਘ ਝੰਜੀਆਂ ਸੀ ਜਿਹੜੇ, ਇਹਨਾਂ ਨੇ ਵੀ ਜੇਲ੍ਹਾਂ ਵੀ ਕੱਟੀਆਂ, ਸੰਘਰਸ਼ 'ਚ ਹਿੱਸਾ ਵੀ ਲਿਆ ਤੇ ਪੰਜਾਂ ਪਿਆਰਿਆਂ ਦੀ ਅਕਾਲ ਤਖਤ ਸੇਵਾ ਨਿਭਾਈ। ਜਦੋਂ ਇਸ਼ੂ ਉੱਠਿਆ ਤੇ ਇਹਨਾਂ ਨੇ ਸਿਧਾਂਤ ਦੇ ਉੱਤੇ ਪਹਿਰਾ ਦਿੱਤਾ, ਰਵਾਇਤਾਂ ਦੇ ਉੱਤੇ ਪਹਿਰਾ ਦਿੱਤਾ ਤੇ ਜਿਹੜੀਆਂ ਗੈਰ ਸਿਧਾਂਤਕ, ਚਾਹੇ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਸੱਟ ਮਾਰਨ ਵਾਲੇ ਜਿਹੜੇ ਕਦਮ ਚੁੱਕੇ ਗਏ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਤੇ ਦੂਜੇ ਸਿੰਘ ਸਾਹਿਬਾਨ ਵੱਲੋਂ, ਇਹਨਾਂ ਨੇ ਉਹਨਾਂ ਨੂੰ ਤਲਬ ਕੀਤਾ ਇਹਨਾਂ ਦਾ ਯੋਗਦਾਨ। ਫਿਰ ਭਾਈ ਭੁਪਿੰਦਰ ਸਿੰਘ ਭਲਵਾਨ, ਇਹਨਾਂ ਦਾ ਵੀ ਯੋਗਦਾਨ ਆ। ਭਾਈ ਮਨਜੀਤ ਸਿੰਘ ਫਗਵਾੜਾ, ਇਹ ਕਿਉਂਕਿ ਅਖੰਡ ਕੀਰਤਨੀ ਜਥੇ ਨੇ ਆਪਣੇ ਨੁਮਾਇੰਦਾ ਦਿੱਤਾ ਵਾ। ਫਿਰ ਭਾਈ ਹਰਦੀਪ ਸਿੰਘ ਮਹਾਰਾਜ, ਇਹਨਾਂ ਦਾ ਵੀ ਸੰਘਰਸ਼ ਵਿੱਚ ਵੱਡਾ ਯੋਗਦਾਨ ਆ। ਭਾਈ ਅਮਰੀਕ ਸਿੰਘ ਈਸੜੂ ਤੇ ਭਾਈ ਸੁਖਦੇਵ ਸਿੰਘ ਡੋਡ, ਇਹਨਾਂ ਦੀ ਵੀ ਕੌਮ ਲਈ ਵੱਡੀ ਸੇਵਾ ਵਾ। ਇਹ ਉਹ ਵਿਅਕਤੀ ਨੇ ਜਿਨ੍ਹਾਂ ਨੇ ਪਿਛਲੇ ਅਰਸੇ ਦੌਰਾਨ ਕੋਈ ਸੇਵਾ ਨਿਭਾਈ, ਕੁਰਬਾਨੀ ਕੀਤੀ ਤੇ ਉਹ ਹੁਣ ਨਿਸ਼ਕਾਮ ਹੋ ਕੇ ਬਿਨਾਂ ਕਿਸੇ ਅਹੁਦੇ ਦੇ ਇਹ ਪਹਿਲਾਂ ਹੀ ਫੈਸਲਾ ਕੀਤਾ ਗਿਆ ਕਿ ਅਹੁਦਾ ਕੋਈ ਨਹੀਂ ਲੈਣਾ, ਨਾ ਸੰਵਿਧਾਨਕ ਤੇ ਨਾ ਗੈਰ ਸੰਵਿਧਾਨਕ, ਨਾ ਜਥੇਬੰਦਕ ਕੋਈ ਅਹੁਦਾ ਨਹੀਂ ਲੈਣਾ, ਰਾਜਨੀਤਿਕ ਜਥੇਬੰਦੀ ਦਾ ਕੋਈ ਅਹੁਦਾ ਨਹੀਂ ਹੋਏਗਾ, ਨਾ ਕੋਈ ਇਲੈਕਸ਼ਨ ਲੜੇਗਾ। ਇਹਨਾਂ ਦਾ ਸਿਰਫ ਇੱਕੋ ਇੱਕ ਇਹਨਾਂ ਤੇ ਫਰਜ਼ ਇਹਨਾਂ ਦਾ ਬਣਦਾ ਵੀ ਤੇ ਇਹਨਾਂ ਨੂੰ ਕੌਮ ਨੇ ਕਿਹਾ ਕਿ ਤੁਸੀਂ ਫਰਜ਼ ਨਿਭਾਓ ਤੇ ਉਹ ਫਰਜ਼ ਨਿਭਾਉਣ ਦਾ ਯਤਨ ਕਰਨਾ ਅੱਗੇ। ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਇੱਕ ਬੜਾ ਵਧੀਆ ਜਿਹੜਾ ਇੱਕ ਪ੍ਰਯਾਸ ਕੀਤਾ ਜਾ ਰਿਹਾ। ਫਿਰ ਇੱਕ ਸੁਰਤਾ ਲਿਆਉਣ ਲਈ 21 ਤਰੀਕ ਨੂੰ ਤੁਸੀਂ ਦਿਨ ਵੀ ਵਧੀਆ ਚੁਣਿਆ। ਕੀ ਤੁਹਾਨੂੰ ਲੱਗਦਾ ਜਿੰਨੇ ਧੜੇ ਬਣ ਚੁੱਕੇ ਹਨ, ਕੁਝ ਜਿਹੜੇ ਪੰਥਕ ਜਥੇਬੰਦੀ ਦੇ ਲੋਕ ਕਹੇ ਜਾਂਦੇ ਸਨ, ਉਹ ਤਾਂ ਜਿਹੜੇ ਨੇ ਬੀਜੇਪੀ 'ਚ ਜਾ ਚੁੱਕੇ ਹਨ, ਹਾਲੇ ਉਹ ਬੀਜੇਪੀ ਨੂੰ ਵੀ ਚੰਗਾ ਕਹਿ ਰਹੇ ਨੇ। ਚਲੋ ਆਪਾਂ ਚੰਗਾ ਮਾੜਾ ਨਹੀਂ ਗੱਲ ਕਰਦੇ, ਪਰ ਮੈਂ ਇੱਕ ਗੱਲ ਕਰ ਰਿਹਾ। ਲੇਕਿਨ ਕਹਿਣ ਦਾ ਮਤਲਬ ਹੈਗਾ ਕਿ ਕਈ ਤਰ੍ਹਾਂ ਦੇ ਧੜੇ ਬਣੇ ਹਨ। ਅਕਾਲੀ ਦਲ ਬਾਦਲ ਹੈ, ਕਈ ਜਿਹੜੇ ਬੀਜੇਪੀ 'ਚ ਸ਼ਾਮਲ ਹੋ ਗਏ ਉਹ ਨੇ, ਹੋਰ ਕੁਝ ਧੜੇ ਨੇ ਜਿਹੜੇ ਕਿ ਇੰਡੀਵਿਜੂਅਲ ਤੌਰ 'ਤੇ ਚੱਲ ਰਹੇ ਨੇ। ਕਿਸ ਤਰ੍ਹਾਂ ਆਪਾਂ ਮੈਨੇਜ ਕਰ ਪਾਵਾਂਗੇ, ਕਿੱਦਾਂ ਆਪਾਂ ਉਹਨਾਂ ਨੂੰ ਇਕੱਠੇ ਕਰ ਪਾਵਾਂਗੇ? ਦੇਖੋ, ਅਸੀਂ ਤੇ ਜਿਹੜੇ ਪੰਥ ਨੂੰ ਸਮਰਪਿਤ ਨੇ, ਜਿਹੜੇ ਕਿਸੇ ਪੰਥ ਵਿਰੋਧੀ ਰਾਜਨੀਤਿਕ ਪਾਰਟੀ ਦੇ ਜਾਂ ਪੰਥ ਦੁਸ਼ਮਣ ਤਾਕਤ ਦੇ ਹੱਥ ਠੋਕਾ ਪਾਉਂਦੇ ਨੇ, ਉਹ ਜਿੱਥੇ ਮਰਜ਼ੀ ਜਾਂਦੇ ਰਹਿਣ, ਸਾਨੂੰ ਉਹ ਤੇ ਸਾਡੀ ਦੁਸ਼ਮਣ ਦੀ ਕਤਾਰ ਦੇ ਵਿੱਚ ਨੇ। ਮੰਨ ਲਓ ਜੇ ਉਹਨਾਂ 'ਚੋਂ ਕੋਈ ਜਿਸ ਤਰ੍ਹਾਂ ਜਿਹਨਾਂ ਬਣਾ ਲਏ, ਉਹ ਇੱਥੇ ਜਥੇਬੰਦੀ 'ਚ ਆਉਣਾ ਚਾਹੁੰਦਾ ਤੇ ਫਿਰ ਜਥੇਬੰਦੀ ਕੀ ਫੈਸਲਾ ਲਊ? ਵੇਖੋ ਜੀ, ਅਸੀਂ ਇੱਕ ਕਸਵੱਟੀ ਰੱਖੀ ਆ, ਜਿਹੜਾ ਗੁਰਮਤਿ ਸਿਧਾਂਤਾਂ ਦਾ ਪਹਿਰੇਦਾਰ ਆ, ਜਿਹੜਾ ਦਿਲੜ ਇਰਾਦੇ ਵਾਲਾ ਵਾ, ਜਿਹੜਾ ਥਿੜਕਣ ਵਾਲਾ ਨਹੀਂ, ਜਿਹੜਾ ਬਾਰ-ਬਾਰ ਕੌਮ ਦੀ ਪਰਖ ਵਿੱਚ ਫੇਲ ਹੋਇਆ ਵਾ, ਉਹਨੂੰ ਨਹੀਂ ਅਸੀਂ ਸਾਡਾ ਯਤਨ ਕਿ ਉਹਨੂੰ ਵਿੱਚ ਮੁੜ ਸ਼ਾਮਲ ਕਰੀਏ। ਤੇ ਜਿਹੜੇ ਪੰਥ ਨੂੰ ਸਮਰਪਿਤ ਨੇ, ਉਹ ਬਹੁਤ ਸਾਰੇ ਪਿੰਡਾਂ 'ਚ ਬੈਠੇ ਆ, ਜਿਹੜੇ ਕੁਝ ਕਾਰਨਾਂ ਕਰਕੇ ਅੱਗੇ ਨਹੀਂ ਆ ਰਹੇ। ਜਦੋਂ ਅਸੀਂ ਗੁਰਮਤਿ ਜੁਗਤ ਨੂੰ ਅਪਣਾ ਕੇ ਤੇ ਜਥੇਬੰਦੀਆਂ ਸਾਰੀਆਂ ਸੰਸਥਾਵਾਂ ਨੇ ਪੰਥ ਦੀਆਂ ਜਿਹੜੀਆਂ, ਉਹ ਸਿਲੈਕਸ਼ਨ ਪ੍ਰਣਾਲੀ ਦੇ ਸਿਧਾਂਤ ਉੱਤੇ ਸਹਿਮਤ ਹੋ ਜਾਣ ਤੇ ਉਹ ਇੱਕ ਬੜੀ ਵਧੀਆ ਜਿਹੜੀ ਆ ਚੋਣ ਹੋਵੇਗੀ। ਤੇ ਉਹ ਪਹਿਲਾਂ ਸਿਲੈਕਸ਼ਨ ਕਰਕੇ ਫਿਰ ਉਹ ਪੰਥ ਵਿਰੋਧੀ ਤਾਕਤਾਂ ਦੇ ਨਾਲ, ਪੰਜਾਬ ਵਿਰੋਧੀ ਤਾਕਤਾਂ ਦੇ ਨਾਲ ਇਲੈਕਸ਼ਨ ਲੜ ਸਕਦੇ। ਤੁਸੀਂ ਮਤਲਬ ਇਹ ਜਿਹੜੀ ਜਥੇਬੰਦੀ ਕਹਿ ਦਈਏ ਆਪਾਂ, ਧਿਰ ਕਹਿ ਦਈਏ ਆਪਾਂ, ਜਾਂ ਇੱਕ ਸਿੱਖ ਪੰਥ ਦੀ ਇੱਕ ਸੁਰਤਾ ਕਹਿ ਦਈਏ ਆਪਾਂ, ਕੁਝ ਵੀ ਕਹੀਏ, ਨਾ ਕੁਝ ਵੀ ਦੇ ਦਈਏ, ਲੇਕਿਨ ਆਉਣ ਵਾਲੇ ਸਮੇਂ 'ਚ ਹੁਣ ਇਲੈਕਸ਼ਨਾਂ ਆਉਣ ਵਾਲੀਆਂ। 24 ਦੇ ਵਿੱਚ ਲੋਕ ਸਭਾ ਇਲੈਕਸ਼ਨ ਨੇ, ਉਸ ਤੋਂ ਪਹਿਲੇ SGPC ਇਲੈਕਸ਼ਨ ਨੇ, ਉਸ ਤੋਂ ਬਾਅਦ 27 ਦੇ ਵਿੱਚ ਫਿਰ ਵਿਧਾਨ ਸਭਾ ਇਲੈਕਸ਼ਨ ਨੇ। ਕੀ ਜਿਹੜੀ ਪਾਰਟੀ ਹੈ ਪੰਥਕ ਤੌਰ 'ਤੇ ਉੱਭਰ ਕੇ ਸਾਹਮਣੇ ਆਏਗੀ, ਆਪਣੇ ਕੈਂਡੀਡੇਟ ਦਊਗੀ ਜਾਂ ਡਾਇਰੈਕਟ ਲੜੂਗੀ ਜਿਹੜੇ ਜਥੇਦਾਰ ਹੋਣਗੇ ਇਹਦੇ? ਨਹੀਂ, ਨਾ ਇਹ ਡਾਇਰੈਕਟ ਚੋਣ ਲੜੇਗੀ, ਨਾ ਇਹ ਖੁਦ ਚੋਣ ਦੇ ਵਿੱਚ ਹਿੱਸਾ ਲਏਗੀ। ਇਹਨਾਂ ਦੇ ਇੱਕ ਸੁਰਤਾ ਲਿਆਉਣੀ ਆ, ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਉਹਦੇ ਜਿਹੜੇ ਪੰਥ ਪ੍ਰਵਾਨਤ ਯੋਗ ਨੁਮਾਇੰਦੇ ਜਿਹੜੇ ਆ, ਉਹਦੀ ਸੇਵਾ ਸੰਭਾਲਣ ਤੇ ਜਿਹੜੀਆਂ ਪੰਥ ਨੂੰ ਸਮਰਪਿਤ ਜਥੇਬੰਦੀਆਂ ਨੇ, ਉਹ ਸਾਰੀਆਂ ਸਿਲੈਕਸ਼ਨ ਵਿਧੀ ਦੇ ਅਨੁਸਾਰ ਸਿਲੈਕਟ ਕਰਕੇ ਇੱਕ ਸੁਰ ਹੋ ਕੇ
ਉਹ ਕੈਂਡੀਡੇਟ ਨੂੰ ਪੰਥ ਦੁਸ਼ਮਣ ਤਾਕਤਾਂ ਦੇ ਨਾਲ ਜੋ ਦੋ ਜਥੇਬੰਦੀਆਂ ਜੇ ਗੱਲ ਕਰੀਏ ਆਪਾਂ, ਸਾਰਿਆਂ ਨਾਲੋਂ ਵੱਡੀ ਐਸਜੀਪੀਸੀ ਹੈ ਤੇ ਦੂਸਰੀ ਸੀਕੇਡੀ ਹੈ। ਜੇ ਆਪਾਂ ਅੱਜ ਦੀ ਗੱਲ ਕਰੀਏ ਜਿਹੜੀ ਐਸਜੀਪੀਸੀ ਹੈ ਉਹਦੇ ਇਲੈਕਸ਼ਨ ਆਉਣ ਵਾਲੇ ਆ, ਕਿਤੇ ਨਾ ਕਿਤੇ ਇਕਸੁਰਤਾ ਜਿਹੜੀ ਹੈ ਐਸਜੀਪੀਸੀ ਦੇ ਇਲੈਕਸ਼ਨਾਂ ਨੂੰ ਲੈ ਕੇ ਤਾਂ ਨਹੀਂ ਕੀਤੀ ਜਾ ਰਹੀ। ਵੇਖੋ, ਇੱਕ ਸੁਰਤਾ ਤੇ ਪੰਥ ਨੂੰ ਬੜੇ ਦਰਪੇਸ਼ ਮਸਲੇ ਆ। ਇਹ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਤੇ ਇੱਕ ਮਸਲਾ ਵਾ, ਪੰਥ ਨੂੰ ਦਰਪੇਸ਼ ਬਹੁਤ ਮਸਲੇ ਨੇ। ਪੰਥ ਦੇ ਵਿੱਚ ਪੰਥ ਦੇ ਉੱਤੇ ਬਹੁਤ ਵੱਡੇ ਹਮਲੇ ਹੋ ਰਹੇ ਨੇ, ਪੰਥ ਨੇ ਉਹਨਾਂ ਦਾ ਮੁਕਾਬਲਾ ਕਰਨਾ ਤੇ ਉਹ ਇੱਕ ਸੁਰਤਾ ਦੇ ਨਾਲ ਹੀ ਮੁਕਾਬਲਾ ਹੋ ਸਕਦਾ। ਜਿਸ ਤਰ੍ਹਾਂ ਦੂਜੇ ਮੁੱਦੇ ਨੇ ਜਿਹੜੇ ਉਹਨਾਂ ਨੂੰ ਆਪਾਂ ਪੰਥ ਦੇ ਵਿੱਚ ਇੱਕ ਸੁਰਤਾ ਲਿਆ ਕੇ ਹੱਲ ਕਰਨਾ, ਉਸੇ ਤਰ੍ਹਾਂ ਹੀ ਸ਼੍ਰੋਮਣੀ ਗੁਰਦੁਆਰਾ ਇਸ ਵੇਲੇ ਇੱਕ ਸੰਸਥਾ ਬੜੀ ਉੱਭਰ ਕੇ ਆ ਰਹੀ ਹੈ, ਵਾਰਿਸ ਪੰਜਾਬ ਦੇ, ਉਹਨਾਂ ਵੱਲੋਂ ਕੀਤਾ ਗਿਆ ਉਹਨਾਂ ਦੀ ਦਸਤਾਰਬੰਦੀ ਵੀ ਹੋਣੀ ਹੈ ਭਾਈ ਅੰਮ੍ਰਿਤਪਾਲ ਸਿੰਘ ਦੀ। ਇੱਕ ਪਾਸੇ ਭਾਈ ਬੰਤਾ ਸਿੰਘ ਤੇ ਕਿਹਾ ਵੀ ਉਹਨਾਂ ਨੂੰ ਸਟੇਜ ਤੋਂ ਮੰਜੀ ਸਾਹਿਬ ਤੋਂ ਕਿਹਾ ਗਿਆ ਵੀ ਆਪਣਾ ਤੀਰ ਫੜ ਕੇ ਕੋਈ ਜਿਹੜਾ ਕੋਈ ਸੰਤ ਨਹੀਂ ਬਣ ਜਾਂਦਾ ਜਾਂ ਉਹਨਾਂ ਦੀ ਰੀਸ ਨਹੀਂ ਕਰ ਸਕਦਾ, ਉਸ ਲੈ ਕੇ ਕੰਡੈਮ ਨੇ। ਉਸ ਤੋਂ ਬਾਅਦ ਉਹਨਾਂ ਨੇ ਜਵਾਬ ਵੀ ਦਿੱਤਾ। ਓਵਰਆਲ ਸਾਰਾ ਕਿੱਦਾਂ ਦੇਖਦੇ ਹੋ? ਕਿਉਂਕਿ ਜੇ ਗੱਲ ਕਰੀਏ ਤਾਂ ਕਿਹਾ ਜਾਂਦਾ ਵੀ ਉਹ ਤੱਤੀਆਂ ਗੱਲਾਂ ਕਰਦੇ ਨੇ, ਜੋਸ਼ ਦੀ ਗੱਲਾਂ ਕਰਦੇ ਨੇ, ਤੇ ਕਿਤੇ ਨਾ ਕਿਤੇ ਇਕੱਲੇ ਜੋਸ਼ ਨਾਲ ਕੰਮ ਨਹੀਂ ਚੱਲਦਾ, ਹੋਸ਼ ਬਹੁਤ ਜ਼ਰੂਰੀ ਹੈ। ਕਿਤੇ ਨਾ ਕਿਤੇ ਸਿੱਖ ਜਥੇਬੰਦੀਆਂ ਨੂੰ ਇਹ ਵੀ ਕਿਹਾ ਜਾ ਰਿਹਾ ਕਿ ਇਕੱਲੇ ਜੋਸ਼ ਨਾਲ ਨਹੀਂ ਕੰਮ ਬਣਨਾ, ਅਸੀਂ ਜਿਹੜੇ ਆਪਣੇ ਸਿੱਖ ਬੱਚੇ ਹਨ ਉਹਨਾਂ ਨੂੰ ਤਾਲੀਮ ਦਈਏ, ਉੱਤੇ ਲੈ ਕੇ ਜਾਈਏ। ਇਹਦੀ ਇੱਕ ਉਦਾਹਰਨ ਵੀ ਮੈਂ ਦੇਵਾਂਗਾ। ਨੀਟ ਦੀ ਪ੍ਰੀਖਿਆ ਜਿਹੜੀ ਹੁੰਦੀ ਆ, ਉਸ ਵਿੱਚ 12 ਮੁਸਲਿਮ ਕਮਿਊਨਿਟੀ ਦੇ ਬੱਚੇ ਪਾਸ ਹੋਏ ਆ ਜਿਹੜੇ ਕਿ ਬਹੁਤ ਗਰੀਬ ਘਰਾਂ ਤੋਂ ਨੇ, ਤੇ ਉਹਨਾਂ ਨੇ ਹੁਣ ਡਾਕਟਰੀ ਕਰਨੀ ਹੈ। ਉਹਨਾਂ ਨੂੰ ਪੜ੍ਹਾਇਆ ਸੰਸਥਾਵਾਂ ਨੇ, ਅਜਿਹੀਆਂ ਸੰਸਥਾਵਾਂ ਨੇ ਜਿਹੜੀਆਂ ਕਿ ਨਿਸ਼ਕਾਮ ਸੇਵਾ ਕਰਦੀਆਂ ਨੇ, ਤੇ ਉਹਨਾਂ ਨੇ ਟ੍ਰੇਨਿੰਗ ਦਿੱਤੀ ਹੈ ਉਹਨਾਂ ਨੂੰ, ਤੇ ਉਹ ਨੀਟ ਦੀ ਪ੍ਰੀਖਿਆ ਪਾਸ ਕਰਕੇ ਹੁਣ ਗਾਂ ਡਾਕਟਰ ਬਣਨਗੇ ਜਿਨ੍ਹਾਂ ਘਰ ਰੋਟੀ ਵੀ ਨਹੀਂ ਜੁੜਦੀ 2 ਟਾਈਮ ਦੀ। ਕਿ ਸਾਰੇ ਦੇ ਸਾਰੇ ਸਿਨੈਰੀਓ ਨੂੰ ਕਿੱਦਾਂ ਦੇਖਦੇ ਜੇ? ਵੇਖੋ, ਜਿਹੜੀ ਅੰਮ੍ਰਿਤਪਾਲ ਸਿੰਘ ਦੀ ਗੱਲ ਕੀਤੀ ਆ, ਮੈਂ ਅਜੇ ਉਹਨਾਂ ਨੂੰ ਨਹੀਂ ਮਿਲਿਆ। ਜਿਸ ਤਰ੍ਹਾਂ ਤੁਸੀਂ ਜਾਣਿਆ ਉਸ ਤਰ੍ਹਾਂ ਹੀ ਮੈਂ ਜਾਣਿਆ। ਉਹਦੇ ਬਾਰੇ ਬੰਤਾ ਸਿੰਘ ਕੀ ਗੱਲ ਕਰਦਾ ਕੀ ਨਹੀਂ ਕਰਦਾ, ਸਾਨੂੰ ਉਹਦੇ ਨਾਲ ਕੋਈ ਲੈਣ ਦੇਣ ਨਹੀਂ ਆ। ਜਿਹੜਾ ਪੰਥ ਨੂੰ ਸਮਰਪਿਤ ਹੋ ਕੇ ਚੱਲੇਗਾ ਤੇ ਉਹਨੂੰ ਪੰਥ ਨੂੰ ਤੇ ਸਮਰਪਿਤ ਦੋਵੇਂ ਕਹਿ ਰਹੇ ਨੇ। ਉਹ ਇੱਕ ਪਾਸੇ ਉਹ ਸਟੇਜ ਤੇ ਨੇ, ਦੂਸਰੇ ਪਾਸੇ ਕਥਾਵਾਚਕ ਨੇ। ਵੇਖੋ, ਜੇ ਇੱਕ ਦੂਜੇ ਦੀ ਵਿਰੋਧਤਾ ਹੀ ਕਰਨੀ ਆ ਤੇ ਉਹਦੇ ਵਿੱਚੋਂ ਕੋਈ ਪ੍ਰਾਪਤੀ ਨਹੀਂ ਹੋਣੀ। ਅਸੀਂ ਕਿਸੇ ਦੀ ਵਿਰੋਧਤਾ ਨਹੀਂ ਕਰਨੀ, ਅਸੀਂ ਤੇ ਪੰਥ ਨੂੰ ਜਿਹੜੀ ਸਮਰਪਿਤ ਜਥੇਬੰਦੀ ਆ ਚਾਹੇ ਸ਼ਖਸੀਅਤ ਆ, ਉਹਨੂੰ ਜਾ ਕੇ ਮਿਲ ਕੇ ਉਹਦੇ ਨਾਲ ਵਿਚਾਰ ਗੋਸ਼ਟੀ ਕਰਕੇ ਉਹਨੂੰ ਇੱਕ ਮੰਚ ਦੇ ਉੱਤੇ ਇੱਕ ਸੁਰ ਹੋ ਕੇ ਵਿਚਨ ਲਈ ਆਪਾਂ ਯਤਨ ਕਰਨਾ ਵੀ ਉਹ ਇਕੱਠੇ ਹੋ ਕੇ ਵਿੱਚ। ਇੱਕ ਸੁਰਤਾ ਦੀ ਤੁਸੀਂ ਗੱਲ ਕੀਤੀ, ਮੈਂ ਉਹ ਗੱਲ ਜਿਹੜੀ ਕੀਤੀ ਸੀ ਜਿਸ ਤਰ੍ਹਾਂ ਬੱਚਿਆਂ ਨੂੰ IAS ਦੀ IPS ਦੀ ਤਿਆਰੀ ਜਿਹੜੀ ਕਰਾਉਣੀ ਹੈ, ਇਹੋ ਜਿਹੀਆਂ ਸੰਸਥਾਵਾਂ ਤਿਆਰ ਕਰਨੀਆਂ ਕਿ ਜਿੱਥੇ ਬੱਚੇ ਜਿਹੜੇ ਯੋਗ ਨੇ ਲੇਕਿਨ ਉਹ ਆਰਥਿਕ ਤੌਰ 'ਤੇ ਕਮਜ਼ੋਰ ਨੇ, ਨਹੀਂ ਪੜ੍ਹ ਸਕਦੇ, ਕਿ ਇਹੋ ਜਿਹੀਆਂ ਸੰਸਥਾਵਾਂ ਖੜੀਆਂ ਕਰਨ ਦੀ ਅੱਜ ਜ਼ਰੂਰਤ ਨਹੀਂ ਹੈ। ਇਹਦੇ ਨਾਲ ਇੱਕ ਧਰਮ ਪਰਿਵਰਤਨ ਦਾ ਹੀ ਮੁੱਦਾ ਬੜਾ ਵੱਡਾ ਜੁੜਿਆ ਨਾਲ। ਵੇਖੋ, ਬਿਲਕੁਲ ਜ਼ਰੂਰਤ ਆ, ਕਿਉਂਕਿ SGPC ਨੂੰ ਜੋ ਭੂਮਿਕਾ ਨਿਭਾਉਣੀ ਚਾਹੀਦੀ ਸੀ, ਜੇ ਉਹ ਨਹੀਂ ਨਿਭ ਰਹੀ, ਤੇ ਤਾਂ ਹੀ ਤੇ ਇਹ ਯਤਨ ਕੀਤਾ ਜਾ ਰਿਹਾ ਕਿ ਪੰਥਕ ਸੰਸਥਾ ਜਿਹੜੀ ਆ, ਪੰਥ ਪ੍ਰਵਾਨਤ ਯੋਗ ਸ਼ਖਸੀਅਤ ਦੇ ਉਹਦੀ ਸੇਵਾ ਸੰਭਾਲ ਉਹਦੇ ਹੱਥਾਂ ਵਿੱਚ ਆਵੇ। ਜਦੋਂ ਉਹਦੇ ਹੱਥਾਂ 'ਚ ਆ ਜਾਏਗੀ ਤੇ ਇਹ ਸਾਰੇ ਆਰਥਿਕ ਤੇ ਵਿਦਿਅਕ ਖੇਤਰ ਦੇ ਵਿੱਚ ਇੱਕ ਨਵੀਂ ਤਬਦੀਲੀ ਲਿਆਂਦੀ ਜਾਏਗੀ। ਉਹ ਆਪਣੇ ਆਪ ਤਬਦੀਲੀ ਆਵੇਗੀ ਤੇ ਜਿਹੜੇ ਯੋਗ ਵਿਦਿਆਰਥੀ ਨੇ ਉਹਨਾਂ ਨੂੰ ਹਰ ਤਰ੍ਹਾਂ ਦੀ ਮਦਦ ਦੇ ਕੇ ਤੇ ਕੰਪੀਟੀਸ਼ਨ ਲੜਾਇਆ ਜਾਏ। ਅੱਜ ਜੇ ਮੈਂ ਉਸੇ ਗੱਲ ਦੀ ਉਦਾਹਰਨ ਕਰਾਂ ਤੇ ਫੂਲਕਾ ਜੀ ਜਿਵੇਂ ਸੁਪਰੀਮ ਕੋਰਟ ਦੇ ਜਿਹੜੇ ਵਕੀਲ ਨੇ, ਅੱਜ ਉਹਨਾਂ ਦੀ ਬਦੌਲਤ 84 ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾਵਾਂ ਜਿਹੜੀਆਂ ਹੁਣ ਤੱਕ ਲੜਾਈ ਲੜ ਰਹੇ ਨੇ, ਆਪਣਾ ਰਾਜਨੀਤਿਕ ਕੈਰੀਅਰ ਛੱਡ ਕੇ ਫਿਰ ਉਸੇ ਕੰਮ 'ਚ ਗਏ ਵੀ 84 ਦੇ ਜਿਹੜੇ ਬੰਦਿਆਂ ਨੂੰ ਸਜ਼ਾਵਾਂ ਦਿਵਾਉਣੀਆਂ ਨੇ। ਇਸ ਵੇਲੇ ਲੋੜ ਹੈ ਮੇਰੇ ਖਿਆਲ ਇਹੋ ਜਿਹੇ ਬੰਦੇ, ਇਹੋ ਜਿਹੇ ਸ਼ਖਸੀਅਤਾਂ ਪੈਦਾ ਕਰਨ ਦੀ ਜਿਹੜੇ ਕਿ ਪੂਰੇ ਵਰਲਡ ਲੈਵਲ ਤੇ ਜਾਂ ਦੇਸ਼ ਲੈਵਲ 'ਤੇ ਆਪਣੀ ਨੁਮਾਇੰਦਗੀ ਕਰ ਸਕਣ ਸਿੱਖ ਪੰਥ ਦੀ। ਦੇਖੋ, ਸਿੱਖਾਂ ਨੂੰ ਹਰ ਖੇਤਰ ਦੇ ਵਿੱਚ ਜਿਹੜੇ ਯੋਗ ਮਾਹਰ ਨੇ ਉਹਨਾਂ ਦੀ ਲੋੜ ਆ। ਇਕੱਲੇ ਫੂਲਕਾ ਸਾਹਿਬ ਹੀ ਨਹੀਂ, ਬਹੁਤ ਸਾਰੇ ਜਿਹੜੇ ਲੋਅਰ ਕੋਰਟ ਤੋਂ ਲੈ ਕੇ ਸੈਸ਼ਨ ਕੋਰਟ ਤੱਕ, ਹਾਈ ਕੋਰਟ ਤੱਕ, ਸੁਪਰੀਮ ਕੋਰਟ ਤੱਕ ਜਿਹੜੇ ਪੰਥ ਨੂੰ ਸਮਰਪਿਤ, ਚਾਹੇ ਮਨੁੱਖਤਾ ਨੂੰ ਸਮਰਪਿਤ ਵਕੀਲ ਨੇ, ਉਹਨਾਂ ਨੇ ਆਪਣੀਆਂ ਸੇਵਾਵਾਂ ਪੇਸ਼ ਕੀਤੀਆਂ। ਤਾਂ ਤੁਹਾਡੇ ਸਾਹਮਣੇ ਹੀ ਆ। ਸਰਬਜੀਤ ਵੇਰਕਾ ਉਹਨਾਂ ਨੇ ਪਿਛਲੇ ਕੁਝ ਦਿਨ ਪਹਿਲੇ ਇੱਕ ਸਜ਼ਾ ਦਵਾਈ ਹੈ 32 ਸਾਲ ਪੁਰਾਣੇ ਕੇਸ ਦੇ ਵਿੱਚ ਜਿਹੜੇ ਨਜਾਇਜ਼ ਮਾਰੇ ਗਏ। ਵੇਖੋ, 32 ਸਾਲ ਪੁਰਾਣੇ ਕੇਸ ਦੇ ਵਿੱਚ ਇੱਕ ਮਾਤਾ ਮੇਰੇ ਇਲਾਕੇ ਦੀ ਹੀ, ਤੇ ਜਿਨ੍ਹਾਂ ਨੂੰ ਸਜ਼ਾ ਹੋਈ ਆ ਉਹਨਾਂ 95 ਦੇ ਵਿੱਚ ਮੈਨੂੰ ਹੀ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖ ਕੇ ਟਾਰਚਰ ਕੀਤਾ ਸੀ। ਉਹ ਪਾਰਟੀ ਨੂੰ ਉਹ ਸਜ਼ਾ
ਕਰਾਈ ਗਈ ਆ ਤੇ ਉਹਦੇ ਇਕੱਲੇ ਵੇਰਕਾ ਸਾਹਿਬ ਜੀ ਹੋਰ ਵੀ ਬੜੇ ਜਿਹੜੇ ਵਕੀਲਾਂ ਨੇ ਆਪਣਾ ਜਿਹੜਾ ਆਪਣਾ ਯੋਗਦਾਨ ਪਾਇਆ। ਸੋ ਇਹ ਸਨ ਜੀ ਨਰਾਇਣ ਸਿੰਘ ਚੌੜਾ ਜੀ, ਜਿਨ੍ਹਾਂ ਨੇ ਕਿ ਗੱਲਬਾਤ ਕੀਤੀ ਹੈ ਸਿੱਖ ਪੰਥ ਦੀ ਇਕਸੁਰਤਾ ਦੀ। ਖੈਰ ਗੱਲਾਂ ਬੜੀ ਵਾਰੀ ਹੋਈਆਂ ਹਨ, ਕਈ ਵਾਰ ਸਟੇਜ ਤੋਂ ਹੋਕੇ ਵੀ ਦਿੱਤੇ ਗਏ ਹਨ ਪੰਥ ਦੀ ਇਕਸੁਰਤਾ ਵਾਸਤੇ, ਏਕਤਾ ਵਾਸਤੇ। ਇਸ ਵਾਰ ਫਿਰ ਇੱਕ ਨਵੇਂ ਹੋਕੇ ਦੀ ਜਿਹੜੀ ਹੈ ਗੱਲ ਕੀਤੀ ਜਾ ਰਹੀ ਹੈ। ਵੱਖ-ਵੱਖ ਸ਼ਖਸੀਅਤਾਂ ਇਸ ਵਿੱਚ ਜਿਹੜੀ ਜਥੇਬੰਦੀ ਵਿੱਚ ਸ਼ਾਮਲ ਹੋਈਆਂ ਹਨ, ਜਿਨ੍ਹਾਂ ਵੱਲੋਂ ਵੱਖ-ਵੱਖ ਜਿਹੜਾ ਜਥੇਬੰਦੀਆਂ ਨਾਲ ਕੰਟੈਕਟ ਕੀਤਾ ਜਾਵੇਗਾ ਅਤੇ 21 ਅਕਤੂਬਰ ਨੂੰ ਬੰਦੀ ਛੋੜ ਦਿਵਸ ਵਾਲੇ ਦਿਨ ਇੱਕ ਵੱਡਾ ਸਮਾਗਮ ਜਿਹੜਾ ਅੰਮ੍ਰਿਤਸਰ ਵਿਖੇ ਕੀਤਾ ਜਾਵੇਗਾ। ਵੇਖਣ ਵਾਲਾ ਇਹ ਗੱਲ ਹੋਏਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਵਾਕਈ 'ਚ ਹੀ ਜਥੇਬੰਦੀਆਂ ਜਿਹੜੀਆਂ ਇੱਕ ਸਟੇਜ ਤੇ ਇਕੱਠੀਆਂ ਹੋ ਪਾਉਣਗੀਆਂ ਤੇ ਸਿੱਖ ਪੰਥ ਦੀ ਇੱਕ ਸੁਰਤਾ ਨਜ਼ਰ ਆ ਸਕੇਗੀ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਹਾਂਜੀ ਚੌੜਾ ਸਾਹਿਬ, ਇੱਕ ਜਿਹੜਾ ਹਰਿਆਣਾ ਕਮੇਟੀ ਜਿਹੜੀ ਵੱਖਰੀ ਬਣੀ ਹੈ ਤੇ ਅੱਜ ਸੁਪਰੀਮ ਕੋਰਟ ਦੇ ਫੈਸਲੇ ਨੂੰ ਸੁਖਬੀਰ ਬਾਦਲ ਨੇ ਕਿਹਾ ਮੈਂ ਹੋਣ ਨਹੀਂ ਦੇਵਾਂਗਾ ਤੇ ਮੈਂ ਆਖਰੀ ਸਾਹ ਤੱਕ ਲੜਾਂਗਾ ਤੇ ਮੈਂ ਜਿਹੜਾ ਅੱਡ ਨਹੀਂ ਹੋਣ ਦੇਵਾਂਗਾ, ਜਿਹੜਿਆਂ ਕੇਂਦਰ ਦੀ ਚਾਲ ਹੈ ਕਾਮਯਾਬ ਨਹੀਂ ਹੋਣ ਦੇਵਾਂਗਾ। ਤੁਸੀਂ ਕਿਸ ਤਰ੍ਹਾਂ ਸਮਝਦੇ? ਇੱਕ ਪਾਸੇ ਕਿਹਾ ਜਾ ਰਿਹਾ ਵੀ ਅਕਾਲੀ ਦਲ ਬਾਦਲ ਤੇ ਕੇਂਦਰ ਇੱਕੋ ਹੀ ਹੈ, ਇੱਕ ਪਾਸੇ ਉਹ ਕੇਂਦਰ ਦੇ ਖਿਲਾਫ ਜਿਹੜਾ ਉਹ ਬਿਆਨ ਦੇ ਰਹੇ ਨੇ, ਕਿੱਦਾਂ ਸਮਝਦੇ ਸਰ? ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲੋਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਖ ਹੋਣ ਦਾ ਕਾਰਨ ਸੁਖਬੀਰ ਬਾਦਲ ਤੇ ਉਹਦਾ ਪਰਿਵਾਰ ਹੀ ਆ, ਕਿਉਂਕਿ ਇਹਨਾਂ ਤੋਂ ਨਿਰਾਸ਼ ਹੋ ਕੇ ਜਿਹੜੇ ਹਰਿਆਣੇ ਦੇ ਸਿੱਖ ਸੀ ਉਹਨਾਂ ਨੇ ਇਹ ਕਦਮ ਚੁੱਕਿਆ। ਉਹ ਸੁਪਰੀਮ ਕੋਰਟ ਤੱਕ ਗਏ ਤੇ ਇਹ ਸੁਪਰੀਮ ਕੋਰਟ ਦੇ ਵਿੱਚ ਹੋ ਸਕਦਾ ਚੰਗੀ ਤਰ੍ਹਾਂ ਆਪਣਾ ਪੱਖ ਹੀ ਪੇਸ਼ ਨਾ ਕਰ ਸਕੇ ਹੋਣ ਤੇ ਅੱਜ ਜਿਹੜੀ ਨਿਆਂਪਾਲਿਕਾ ਵਾ ਉਹ ਵੀ ਸੱਤਾ ਦੇ ਪ੍ਰਭਾਵ ਹੇਠ ਆ। ਇਹ ਕਰਕੇ ਜਿਹੜਾ ਉਹ ਫੈਸਲਾ ਹਰਿਆਣਾ ਕਮੇਟੀ ਦੇ ਹੱਕ ਵਿੱਚ ਹੋ ਗਿਆ ਵਾ। ਹੁਣ ਇਹ ਦਮਗਜੇ ਮਾਰਨ ਦੇ ਨਾਲ ਨਹੀਂ ਕੋਈ ਵੀ ਬਣਨਾ, ਜੇ ਆਪੇ ਪਤਾ ਲੱਗ ਜਾਏਗਾ ਕਿ ਇਹ ਕੀ ਕਰਦਾ ਤੇ ਕੀ ਨਹੀਂ ਕਰਦਾ। ਹਾਂ, ਸਮਾਂ ਦੱਸੇਗਾ। ਕੈਮਰਾਮੈਨ ਗੁਰਦਿਆਲ ਸਿੰਘ ਦੇ ਨਾਲ ਅੰਮ੍ਰਿਤਸਰ ਪੰਜਾਬ KTV ਤੋਂ ਕੁਲਵਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ।